तफ्तीश भी मुकम्मल हो गई है, वो छेती दे दिता जाऊगा। लेकिन तफ्तीश का ਜਿਹੜਾ मेन मतलब काम ਸੀਗਾ ਤਫਤੀਸ਼ ਦਾ, ਉਹ ਤਫਤੀਸ਼ ਮੁਕੰਮਲ ਹੋ ਗਈ। ਸਾਰਿਆਂ ਦਾ ਰੋਲ ਇਹਦੇ ਵਿੱਚ ਦਿੱਤਾ ਹੋਇਆ ਹੈ। ਹਰ ਇੱਕ ਚਲਾਨ ਤੁਸੀਂ ਮਾਈਨਿਊਟਲੀ ਪੜੋ। ਪਹਿਲਾ ਚਲਾਨ ਜੋ 27/5/2019 ਨੂੰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਜਿੰਨੇ ਵੀ ਚਲਾਨ ਦਿੱਤੇ ਗਏ ਨੇ ਹਰ ਇੱਕ ਦੇ ਵਿੱਚ ਤੁਸੀਂ ਰੋਲ ਦੇਖ ਸਕਦੇ ਹੋ। ਦੇਖੋ एक होर SIT बनी हुई है, ਤੁਹਾਨੂੰ पता है, जो खट्टरा साहब कर रहे हैं तफ्तीश, वो ज़्यादा उस SIT ਦੇ ਨਾਲ मतलब ਉਹਦਾ ताल्लुकात है उस तक। इस सारा कुछ कारण भी वजह किसी का गोली चलवाउन ਦਾ वजह किसी का, वो सारा कुछ ਇਹਦੇ ਵਿੱਚ आ गया है। बेअदबी कराउन ਦਾ भी वजह किसी का, वो भी चलान दे रही मानयोग अदालत। करीब 2.5 साल तो बहबल कला ਅਤੇ ਕੋਟਕਪੂਰਾ ਗੋਲੀकांड ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਮੁਕੰਮਲ ਕਰ ਲਈ ਅਤੇ ਦੋਸ਼ੀਆਂ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾ ਚੁੱਕੇ ਨੇ। ਇਹ ਚਲਾਨ ਦੇਣਾ ਹਲੇ ਬਾਕੀ ਹੈ, ਜੋ ਵਿਸ਼ੇਸ਼ ਜਾਂਚ ਟੀਮ ਕਿਸੇ ਵੀ ਵੇਲੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦੇਵੇਗੀ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਪਹਿਲੀ ਵਾਰ ਮੀਡੀਆ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਲਈ ਸਾਹਮਣੇ ਆਏ ਨੇ। ਉਹਨਾਂ ਨੇ ਲੁਕਵੇਂ ਸ਼ਬਦਾਂ ਵਿੱਚ ਇਸ ਜਾਂਚ ਦੌਰਾਨ ਖੁਦ ਨੂੰ ਥੈਰਟ ਕਰਨ ਦੀ ਗੱਲ ਵੀ ਕਹੀ ਹੈ ਤੇ ਕਿਹਾ ਹੈ ਕਿ ਅੱਜ ਜੇਕਰ ਮੈਂ ਤੁਹਾਡੇ ਸਾਹਮਣੇ ਹਾਂ ਤਾਂ ਪਰਮਾਤਮਾ ਦੀ ਕਿਰਪਾ ਸੇ ਸਦਕਾ ਹੀ ਹਾਂ। देखो कोटकपूरा गोलीकांड ते बहबल कला गोलीकांड, इस दी तफ्तीश मुकम्मल हो चुकी है। 9 चलान अदालत दे विच पुट इंटू कोर्ट हो चुके ने। एक चलान देना रहिंदा है, लेकिन तफ्तीश मुकम्मल हो गई है। छोटा छोटा कोई चीज़ रह गया है, वो तो चलता रहेगा, लेकिन जो जिम्मेवारी मैनू दी गई सी, मैं वो जिम्मेवारी पूरी कर दी। अदालत दे विच सारा कुछ मैं दे दिता हूँ, तो जो कुछ देना है वो तफ्तीश भी मुकम्मल हो गई है, वो छेती दे दिता जाऊगा। लेकिन तफ्तीश का ਜਿਹੜਾ मेन मतलब काम ਸੀਗਾ तफ्तीश का, वो तफ्तीश मुकम्मल हो गई। सर इस विच गल करिए तो हुण तक किन्ने गवाह इस देखो गवाहां की संख्या के बारे गल ना करो। गवाह काफ़ी सैकड़े गवाह ने जी, वो तो सारा कुछ मैटर ऑफ रिकॉर्ड है, चलान है। डिप्टी CM एंड CM ਦੇ ਰੋਲ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਹੈਗਾ ਸਰ। ਹੁਣ ਤੱਕ ਦੀ ਪੜਤਾਲ ਸਰ ਕੋਈ ਉਹਨਾਂ ਦਾ ਰੋਲ देखो ਹੁਣ तक जिन्ने भी चलान दिते गए ने, मैं स्पष्ट करना चाहता हूँ, जिन्ने भी चलान दिते गए ने उन्होंने चलाना ਨੂੰ ਤੁਸੀਂ पढ़ सकते हो। हर एक व्यक्ति का रोल जिन्हों के बारे ਤੁਸੀਂ पूछ रहे हो, मैं किसी का नाम नहीं लेना चाहता हाँ, क्योंकि मैं तफ्तीशी अफसर हाँ। सारिਆਂ ਦਾ रोल ਇਹਦੇ ਵਿੱਚ ਦਿੱਤਾ ਹੋਇਆ है। हर एक चलान ਤੁਸੀਂ माइन्यूटली पढ़ो। पहला चलान जो 27/5/2019 ਨੂੰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਜਿੰਨੇ ਵੀ ਚਲਾਨ ਦਿੱਤੇ ਗਏ ਨੇ ਹਰ ਇੱਕ ਦੇ ਵਿੱਚ ਤੁਸੀਂ ਰੋਲ ਦੇਖ ਸਕਦੇ ਹੋ। ਤੇ ਜੋ ਤੁਸੀਂ ਕਹਿ ਰਹੇ ਹੋ, मतलब मैं यही कह रहा कि एक चलान देना रहिंदा है, वो चलान किसी भी टाइम दिता जा सकता है। तफ्तीश का काम मुकम्मल हो गया। सर इन मामले में गुरमीत राम रहीम ਜਿਹੜੇ ਕਿ ਡੇਰਾ ਸਿਰਸਾ ਦੇ ਮੁਖੀ ਸੀ, ਉਹਨਾਂ उस संबंध ਦੇ ਵਿੱਚ देखो एक होर SIT बनी हुई है, ਤੁਹਾਨੂੰ पता है, जो खट्टरा साहब कर रहे हैं तफ्तीश, वो ज़्यादा उस SIT ਦੇ ਨਾਲ मतलब ਉਹਦਾ ताल्लुकात है उस तफ्तीश का, जो थोड़ा सा रोल साढ़े केस ਦੇ ਵਿੱਚ है। ਜਦੋਂ ਉਹ ਪੁੱਛਗਿੱਛ ਕਰਨਗੇ ਸਾਡੀ ਟੀਮ ਵੀ ਪੁੱਛਗਿੱਛ ਕਰ ਲਊਗੀ। ਸਰ ਕਈ ਉੱਚ ਅਧਿਕਾਰੀ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਪਰ ਹਾਲੇ ਤੱਕ ਉਹਨਾਂ ਤੋਂ ਪੁੱਛਗਿੱਛ ਨਹੀਂ ਹੋਈ। ਹਾਲਾਂਕਿ ਉਹ ਆਪਣੀਆਂ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਨਾਂ ਦੱਸੋ, ਜਿਸ ਤਰ੍ਹਾਂ ਸਮੇਤ ਸਿੰਘ ਦਾ ਨਾਮ ਲਿਖੇ ਕਿ ਜਦੋਂ ਚਲਾਨ ਪੇਸ਼ ਹੁੰਦਾ ਉਸ ਤੋਂ ਬਾਅਦ ਉਹ ਜ਼ਮਾਨਤ ਲਈ ਭਜਦੇ ਨੇ, ਉਸ ਤੋਂ ਪਹਿਲਾਂ ਉਹਨਾਂ ਨੂੰ ਕੋਈ ਕਾਰਵਾਈ ਉਹਨਾਂ ਦੇ ਨਾਲ ਪੁੱਛਗਿੱਛ ਪਹਿਲਾਂ ਹੀ ਹੋ ਗਈ ਸੀ। ਸੈਕੰਡਲੀ ਉਹਨਾਂ ਨੂੰ ਬਲੈਂਕਟ ਬੇਲ ਸੀਗਾ, ਉਹਨਾਂ ਦੇ ਕੋਲ ਬਲੈਂਕਟ ਬਿੱਲ ਸੀਗਾ, ਔਰ ਉਹਨਾਂ ਨੂੰ ਬੁਲਾ ਕੇ ਤਲਬ ਕਰਕੇ ਚੰਡੀਗੜ੍ਹ ਦੇ ਵਿੱਚ ਪੁੱਛਗਿੱਛ ਹੋ ਗਈ ਸੀ। ਜੋ ਸਵਾਲ ਦਾ ਜਵਾਬ ਉਹਨਾਂ ਨੇ ਦੇਣਾ ਸੀ ਦੇ ਦਿੱਤਾ ਸੀ, ਜੋ ਸਵਾਲ ਦਾ ਜਵਾਬ ਨਹੀਂ ਦੇਣਾ ਸੀ ਅਸੀਂ ਕਿਸੇ ਨੂੰ ਕੰਪੈਲ ਤਾਂ ਨਹੀਂ ਕਰਦੇ, ਕਿਉਂਕਿ ਬਲੈਂਕਟ ਬਿੱਲ ਸੀਗਾ ਪਹਿਲਾਂ ਤੋਂ। ਸਾਡੀ ਤਫਤੀਸ਼ ਦੇਖੋ 12 ਅਕਤੂਬਰ 2018 ਨੂੰ ਸ਼ੁਰੂ। ਮੈਂ ਸਭ ਤੋਂ ਪਹਿਲਾਂ 12 ਅਕਤੂਬਰ 2018 ਨੂੰ ਮੈਂ ਇੱਥੇ ਆਇਆ ਸੀ ਜੀ, कोटकपूरा ਦੇ ਵਿੱਚ ਤੇ ਇੱਧਰ ਆਇਆ ਸੀ। ਲੇਕਿਨ ਉਹਨਾਂ ਨੂੰ ਬਲੈਂਕਟ ਬਿੱਲ 11 ਅਕਤੂਬਰ ਨੂੰ ਮਿਲ ਗਿਆ ਸੀ। मैंने साड़ी SIT ने जो काम शुरू किया उस तो पहला बलैंकेट बिल मिलिया हुआ सी। वो सिर्फ ऐसे केस दे विच नहीं, उन्होंने खिलाफ कई केस ने, हर एक केस दे विच बलैंकेट बिल सीगा। मेरे हिसाब दे नाल तुहाडे प्रश्न का जवाब मिल गया। ठीक है जी।
ਸਰ ਇਸ ਤੋਂ ਇਲਾਵਾ ਤੁਸੀਂ ਗੱਲ ਕੀਤੀ ਕਿ ਜਿਹੜੇ ਹੁਣ 2 SIT ਜਿਹੜੀ ਹੈ 2 ਮਾਮਲਿਆਂ ਦੀ ਜਾਂਚ ਕਰ ਰਹੀ ਹੈ देखो जो बेअदबी ਦਾ ਮਸਲਾ ਹੈ, ਜੋ ਅਦਾਲਤੀ ਕਾਰਵਾਈ ਸੀਗੀ ਉਹਦੇ ਵਿੱਚ ਤਾਂ ਅਸੀਂ ਰਲ ਮਿਲ ਕੇ ਅਸੀਂ ਸਾਰੇ ਉਹਦੇ ਵਿੱਚ ਕਰਦੇ ਸੀ। ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਜੋ ਕੇਸ ਚੱਲ ਰਹੇ ਸੀਗੇ, ਲੇਕਿਨ ਜੋ ਬੇਅਦਬੀ ਦੇ 3 ਕੇਸ ਸੀਗੇ, 3 ਕੇਸ ਜੋ CBI ਕੋਲੋਂ ਵਾਪਿਸ ਆਏ ਨੇ, ਉਹਨਾਂ ਦੀ ਤਫਤੀਸ਼ ਵਾਸਤੇ ਵੱਖਰੀ SIT ਬਣੀ ਹੋਈ ਹੈ। तो वो SIT काम करेगी। ठीक है, 10-15% इकट्ठे ही है, क्योंकि मान लो गोली जो चली है, जो फायरिंग का केस है वो भी बेअदबी करके ही होया है ना, ਇਹਦਾ जेनेसिस जो है बेअदबी ही है। ये कोई आम 307 या 302 का केस नहीं है। वो की है बेअदबी हुई, प्रोटेस्ट होया, फायरिंग हुई, तो बेअदबी जड़ ਦੇ ਵਿੱਚ ਤਾਂ बेअदबी ही है ना। तो इस करके 10-15% ਤਫਤੀਸ਼ ਦੇ ਵਿੱਚ ਮਤਲਬ ਤੁਸੀਂ ਕਹੋਗੇ ਕਿ ਉਹ ਕੀ ਕਹਿੰਦੇ ਹਾਂ, ਮਤਲਬ ਉਹ ਮਿਲਦਾ ਜੁਲਦਾ ਹੈ ਮੈਟਰ, ਜਿਹੜਾ ਹੈ ਨਾ ਮਿਲਦਾ ਜੁਲਦਾ ਹੈ, ਓਵਰਲੈਪਿੰਗ ਹੈ 10-20%। हाँ, अब ਹੁਣ ਦੇਖੋ, ਹਾਂ ਤੁਸੀਂ ਸਵਾਲ ਕਰ ਰਹੇ ਸੀ ਸਰ। ਇਹ ਜੋ ਤੁਸੀਂ ਇੰਨਾ ਲੰਮਾ ਸਮਾਂ ਇਨਵੈਸਟੀਗੇਸ਼ਨ ਕੀਤੀ ਹੈਗੀ ਸਰ, ਬਹੁਤ ਸਾਰੇ ਬਹੁਤ ਤੁਹਾਡੇ ਸਾਹਮਣੇ ਪੇਸ਼ ਹੋਏ, ਕੋਈ ਇਹੋ ਜਿਹਾ ਰਿਕਾਰਡ ਮਿਲਿਆ ਸਰ ਜਿਹਨਾਂ 'ਚ ਡਾਇਰੈਕਟ ਇਨਵੋਲਵਮੈਂਟ, ਜਿਵੇਂ ਮਿਸਟਰ ਉਮਰਾਨ ਅੰਗਲ ਹੈਗੇ ਆ ਜਾਂ ਸੈਣੀ ਜਾਂ ਇਹ ਸਾਰਾ ਕੁਝ ਜੋ ਚਲਾਨ ਹੈ ਨਾ ਜੀ, ਜੇਕਰ ਤੁਸੀਂ ਪੜ੍ਹੋਗੇ, ਜੇਕਰ ਤੁਸੀਂ ਪੜ੍ਹਦੇ ਨਹੀਂ ਤਾਂ ਮੈਂ ਕੀ ਕਰ ਸਕਦਾ ਹਾਂ। ਹਰ ਚੀਜ਼ ਦਾ ਜਵਾਬ ਇਹਦੇ ਵਿੱਚ ਹੈ ਜੀ। ਜੋ ਪ੍ਰਸ਼ਨ ਤੁਸੀਂ ਕਰ ਰਹੇ ਹੋ, ਹੁਣ ਤਾਂ ਇਹ ਪਬਲਿਕ ਡਾਕੂਮੈਂਟ ਹੈ ਨਾ, ਪਬਲਿਕ ਡਾਕੂਮੈਂਟ ਹੈ, ਕਾਪੀ ਤੁਹਾਡੇ ਕੋਲ ਹੈ, ਤੇ ਜੋ ਪੜ੍ਹਨਾ ਚਾਹੇਗਾ ਉਹਨੂੰ ਮੈਂ ਪੜ੍ਹਾ ਵੀ ਦੂੰਗਾ। ਇਹ ਵੀ ਫ੍ਰੀ ਹੈ ਜੀ। ਕੋਈ ਵੀ ਨਾਗਰਿਕ, ਉਹਨਾਂ ਨੂੰ ਅਧਿਕਾਰ ਹੈ ਕਿ ਜੇਕਰ ਕੋਈ ਜਾਣਨਾ ਚਾਹੁੰਦਾ ਹੈ ਕੋਈ ਚੀਜ਼ ਡਾਇਰੈਕਟ ਇਨਡਾਇਰੈਕਟ, ਉਹ ਸਾਡੇ ਕੋਲ ਆ ਕੇ ਦੇਖ ਸਕਦਾ ਹੈ। ਕਾਪੀ तो चलो मैं नहीं दे सकता हाँ, ठीक है, लेकिन वो आके देख जरूर सकता है। ये इन्नी ट्रांसपेरेंसी असी जरूर मतलब अपनी तफ्तीश दे विच रखी हुई है। ये मैं पहला तो भी कर रहे हैं कि जिस व्यक्ति नू कोई भी चीज़ देखना है वो साडे कोल आके देख सकता है। हर एक चीज़ है फाइल दे उत्ते, हर एक चीज़ है जी। ठीक है सर, और खदशा जार होया सी SIT ਵੱਲੋਂ ਕਿ ट्रायल अगर लंघ ਰਿਹਾ ਹੈਗਾ ਅਜੇ ਤੱਕ 4 ट्रायल देखो ਅਸੀਂ जो ਕੰਪੀਟੈਂਟ ਅਥਾਰਟੀ है, सुनो, ਅਸੀਂ ਆਪਣੀ ਸਰਕਾਰ ਦੇ ਰਾਹੀਂ ਕੋਸ਼ਿਸ਼ ਕੀਤੀ ਹੋਈ ਹੈ ਕਿ ਛੇਤੀ ਤੋਂ ਛੇਤੀ। ਸਾਡਾ ਕੀ ਸੀਗਾ, ਇਹ ਇਨਸੀਡੈਂਟ ਹੈ 2015 ਅਕਤੂਬਰ ਦਾ ਜੀ। ਠੀਕ ਹੈ, ਸਾਨੂੰ ਜ਼ਿੰਮੇਵਾਰੀ ਮਿਲੀ ਅਕਤੂਬਰ 2018 ਦੇ ਵਿੱਚ। ਤੁਸੀਂ ਦੇਖ ਰਹੇ ਹੋ, ਉਦੋਂ ਹੀ ਸਟੇ ਵੀ ਹੋ ਗਿਆ ਨਾਲ ਦੇ ਨਾਲ। ਅਸੀਂ ਤਫਤੀਸ਼ ਸ਼ੁਰੂ ਕੀਤੀ, ਸਟੇ ਹੋ ਗਿਆ, ਫਿਰ ਸਟੇ ਵੈਕੇਟ ਹੋਇਆ, ਫਿਰ ਹੋਇਆ ਕਿ ਨਹੀਂ ਤਫਤੀਸ਼ ਚਲੇਗੀ, गिरफ्तारी नहीं होगी। जिस दिन तुसी देखोगे 24 जनवरी ਨੂੰ पहला ऑर्डर आया 2019 ਨੂੰ, ਤੇ 27 जनवरी ਨੂੰ पहली गिरफ्तारी हो गई। 2 दिन ਦੇ ਅੰਦਰ ਅੰਦਰ पहली गिरफ्तारी हो गई। ਬਹਬਲ ਕਲਾ केस ਦੇ ਵਿੱਚ फर्स्ट गिरफ्तारी। एक चीज़ यह भी मैं दसना चाहूँगा कि SIT इकट्ठे है, ये नहीं है कि हाँ कोटकपूरा केस बखरा, ये बखरा। मतलब बहबल कला केस ਦੇ ਵਿੱਚ भी जो गिरफ्तारी हुई सी वो साड़ी टीम ने की सी। वो सारी SIT इकट्ठी है। तो मतलब ਅਸੀਂ 2019 जनवरी ਦੇ ਵਿੱਚ पहली गिरफ्तारी की, दूसरी गिरफ्तारी फरवरी ਦੇ ਵਿੱਚ हुई। हौली हौली चलान भी दिता गया, चलान तो बाद सप्लीमेंटरी चलान भी, फिर बहबल कला वाले केस ਦੇ ਵਿੱਚ भी इस तरीके ਦੇ ਨਾਲ ਹੋਇਆ। ਇਹ केस देखो अपने आप ਦੇ ਵਿੱਚ एक अनोखा केस है, एक यूनिक नेचर ਦਾ केस है। इस करके ਇਹ सिस्टमेटिक तफ्तीश इस केस ਦੀ चली है। तो मैं ਤੁਹਾਨੂੰ जान के खुशी होगी कि हर चीज़ फाइल ਦੇ ਉੱਤੇ है। मैं इस करके कोई चीज़ उजागर नहीं करना चाहता हाँ, क्योंकि मैं 2 साल तक किसी ਦੇ ਨਾਲ गल ही नहीं की, जानबूझ के गल नहीं की कि रनिंग कमेंट्री नहीं होनी चाहिए है। ठीक, तफ्तीश दी आज तफ्तीश तकरीबन 99% तफ्तीश कंक्लूड हो चुकी है, कंप्लीट हो चुकी है। हुण तुसी जो मर्जी पूछना चाहोगे मैं तुहानू दस सकदा हाँ, तुहानू दिखा भी सकदा हाँ। सर बहबल कला गोलीकांड च ਜਿਹੜੇ 2 ਵਿਅਕਤੀ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰ ਵਾਲੇ ਵਾਰ-ਵਾਰ ਇਹੀ ਗੱਲ ਤੇ ਸਟ੍ਰੈਸ ਦੇ ਰਹੇ ਆ ਕਿ ਸਿੱਟ ਆਪਦਾ ਕੰਮ ਵਧੀਆ ਕਰ ਰਹੀ ਹੈ, ਪਰ ਜਨਰਲ ਟੌਰਨੀ ਵੱਲੋਂ ਜਿਹੜਾ ਉੱਥੇ ਕੇਸ ਦੀ ਪੈਰਵਾਈ ਚੰਗੀ ਤਰ੍ਹਾਂ ਨਹੀਂ ਕੀਤੀ ਜਾ ਰਹੀ। ਤੇ ਇਸ ਸੰਬੰਧੀ ਕੋਈ SIT ਕੋਈ मेरी गल सुनो, साड़ी टीम इत्थे बैठी हुई है, लीगल टीम भी बैठी हुई है, तफ्तीशी टीम भी बैठी हुई है। तफ्तीशी अफसर भी मेरे नाल दे ने, वो
ਦੂਜੇ ਕਮਰੇ ਦੇ ਵਿੱਚ ਬੈਠੇ ਹੋਏ ਨੇ, ਉਹ ਤਫਤੀਸ਼ ਦਾ ਕੰਮ ਵੀ ਚੱਲ ਰਿਹਾ ਹੈ। ਇਹ ਤਫਤੀਸ਼ ਦਾ ਛੋਟਾ ਛੋਟਾ ਕੰਮ ਚੱਲਦਾ ਜਾਊਗਾ, ਲੇਕਿਨ ਮੇਜਰ ਕੰਮ ਜਿਹੜਾ ਸੀਗਾ ਨਾ ਉਹ ਕਨਕਲੂਡ ਹੋ ਗਿਆ, ਉਹ ਕੰਪਲੀਟ ਹੋ ਗਿਆ। ਹੁਣ ਤੁਸੀਂ ਦੇਖੋ ਫਰੀਦਕੋਟ ਦੇ ਵਿੱਚ ਤਫਤੀਸ਼ ਜਾਂ ਅਦਾਲਤ ਦੇ ਵਿੱਚ ਕੋਈ ਵੀ ਮਸਲਾ ਆ ਗਿਆ ਤਾਂ ਤੁਸੀਂ ਦੇਖੇ ਹੋ ਲੋੜ ਪੈਣ 'ਤੇ ਮੈਂ ਵੀ ਆਇਆ ਹਾਂ। ਸਾਡੀ ਟੀਮ ਬਹੁਤ ਵਧੀਆ ਲੀਗਲ ਟੀਮ ਕੰਮ ਕਰ ਰਹੀ ਹੈ ਇਹਨਾਂ ਦੀ ਮਦਦ ਵਾਸਤੇ, ਠੀਕ ਹੈ ਕਿ ਨਹੀਂ। ਅਸੀਂ ਹਮੇਸ਼ਾ ਅੱਗੇ ਰਹੇ ਹਾਂ। ਸਾਡਾ ਕੰਮ ਕੀ ਹੈ ਕਿ ਜੋ ਤਫਤੀਸ਼ ਦੇ ਵਿੱਚ ਆਇਆ ਹੈ, ਜੇਕਰ ਅਦਾਲਤ ਦੇ ਵਿੱਚ ਕੋਈ ਕਿੰਤੂ ਪਰੰਤੂ ਜਾਂ ਕੋਈ ਵੀ ਪਟੀਸ਼ਨ ਆ ਗਿਆ, ਤੁਸੀਂ ਦੇਖੋ ਚਲਾਨ ਹੋਇਆ 27/5 ਨੂੰ ਅਸੀਂ ਚਲਾਨ ਦਿੱਤਾ, ਉਹਦੇ ਉੱਤੇ ਕਈ ਪਟੀਸ਼ਨ ਐਪਲੀਕੇਸ਼ਨ ਇਹਨਾਂ ਨੇ ਪਾਇਆ ਕਿ ਇੱਕ ਬੰਦੇ ਦਾ ਹੀ ਸਾਈਨ ਹੈ ਜੀ। ਸਭ ਤੋਂ ਪਹਿਲਾਂ ਤਾਂ ਇਹੀ ਆਇਆ ਸੀ, ਚੋਣ ਜਾਫਤਾ ਸੀਗਾ, ਫਿਰ ਵੀ ਸਾਈਨ ਕਰ ਦਿੱਤਾ ਜੀ। ਇਹ ਸਾਰਾ ਕੁਝ ਆਇਆ ਸੀ, ਉਦੋਂ ਆਇਆ ਸੀ, ਅਸੀਂ ਜਵਾਬ ਦਿੱਤਾ। ਜਵਾਬ ਦੇਣ ਤੋਂ ਬਾਅਦ ਤੁਸੀਂ ਦੇਖੋਗੇ 3/8/2019 ਨੂੰ ਸਾਰਾ ਕੁਝ ਡਿਸਮਿਸ ਹੋ ਗਿਆ, ਸਾਰਾ ਆਬਜੈਕਸ਼ਨ ਓਵਰ ਰੂਲ ਹੋ ਗਿਆ। ਡੀਏ ਸਾਹਿਬ ਤੁਸੀਂ ਦੱਸੋ, 3/8/2019 ਨੂੰ ਸਾਰਾ ਆਬਜੈਕਸ਼ਨ ਓਵਰ ਰੂਲ ਹੋ ਗਿਆ। ਅਦਾਲਤ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਚਲਾਨ ਦੁਰਸਤ ਦਿੱਤਾ ਗਿਆ ਹੈ। ਉਹਨਾਂ ਨੇ ਫਿਰ ਉਹਦਾ ਰਿਵੀਜ਼ਨ ਵੀ ਪਾਇਆ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ। 15/11/2019 ਨੂੰ ਮਾਨਯੋਗ ਸੈਸ਼ਨ ਅਦਾਲਤ ਵੱਲੋਂ ਵੀ ਕਲੀਅਰ ਹੋ ਗਿਆ ਕਿ ਨਹੀਂ ਜੀ ਚਲਾਨ ਦੁਰਸਤ ਆਇਆ ਹੈ। ਭਾਵੇਂ ਚਲਾਨ ਤੇ ਇੱਕੋ ਬੰਦੇ ਦਾ ਸਾਈਨ ਹੈ, ਲੇਕਿਨ ਬੰਦਾ ਕੰਪੀਟੈਂਟ ਹੈ। ਉਹ ਆਰਡਰ ਦੇ ਵਿੱਚ ਵੀ ਹੈ ਕਿ ਬੰਦਾ SIT ਦਾ ਮੈਂਬਰ ਹੈ, ਬੰਦਾ ਕੰਪੀਟੈਂਟ ਹੈ, ਜਿਹਨੇ ਸਾਈਨ ਕੀਤਾ ਹੈ ਉਹ ਕਰ ਸਕਦਾ ਹੈ, ਉਹਨੂੰ ਅਥਾਰਟੀ ਹੈ, ਠੀਕ ਹੈ ਕਿ ਨਹੀਂ। ਬਿਲਕੁਲ ਸਰ, ਲੀਗਲਾਈਜ਼ ਕੀਤਾ ਇਹ ਲਿਖਤੀ ਤੌਰ ਤੇ ਰਿਟਨ ਆਰਡਰ ਹੈ ਮਾਨਯੋਗ ਸੈਸ਼ਨ ਅਦਾਲਤ ਦਾ। ਚਲਾਨ ਦੁਰਸਤ ਦਿੱਤਾ ਗਿਆ ਹੈ, ਇੱਕ ਦਾ ਹੋਵੇ, ਕਿਸੇ ਵੀ ਚਲਾਨ ਤੇ ਦੋ ਅਫਸਰ ਦਾ ਸਾਈਨ ਨਹੀਂ ਹੁੰਦਾ, ਠੀਕ ਹੈ ਜੀ। ਮੈਂ ਅੱਜ ਤੱਕ ਕੋਈ ਇਸ ਤਰ੍ਹਾਂ ਚਲਾਨ ਪੂਰੇ ਮਤਲਬ ਇੰਡੀਅਨ ਸਿਸਟਮ ਦੇ ਵਿੱਚ, ਇੰਡੀਅਨ ਕ੍ਰਿਮੀਨਲ ਜੂਰਿਸਪ੍ਰੂਡੈਂਸ ਦੇ ਵਿੱਚ ਮੈਂ ਅੱਜ ਤੱਕ ਇਹ ਨਹੀਂ ਦੇਖਿਆ ਕਿ ਕਿਸੇ ਵੀ ਚਲਾਨ ਦੇ ਉੱਤੇ ਦੋ ਵਿਅਕਤੀ ਦਾ, ਦੋ ਅਫਸਰ ਦਾ ਜਾਂ ਤਿੰਨ ਅਫਸਰ ਦਾ ਸਾਈਨ। ਚਲਾਨ ਹਮੇਸ਼ਾ ਇੱਕ ਅਫਸਰ ਦੇ ਸਿਗਨੇਚਰ ਦੇ ਤਹਿਤ ਹੀ ਦਿੱਤਾ ਜਾਂਦਾ ਹੈ, ਠੀਕ ਹੈ। ਤੇ ਇਹ ਸਾਰਾ ਕੁਝ ਦੇਖੋ ਇਸ ਤਫਤੀਸ਼ ਦੇ ਵਿੱਚ ਸਟੈਪ ਬਾਈ ਸਟੈਪ ਜੇਕਰ ਤੁਸੀਂ ਦੇਖੋਗੇ ਕਾਫੀ ਕੁਝ। ਇੱਕ ਚੀਜ਼ ਮੈਂ ਹੋਰ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਕਾਨੂੰਨ ਇੱਕ ਹੁੰਦਾ ਹੈ, ਸਾਰਿਆਂ ਵਾਸਤੇ ਬਰਾਬਰ ਹੈ, ਲੇਕਿਨ ਇੰਡੀਅਨ ਸਿਸਟਮ ਦੇ ਵਿੱਚ ਜੋ ਸਟੇਟਸ ਐਕਿਊਜ਼ਡ ਦਾ ਹੁੰਦਾ ਹੈ ਨਾ, ਦੋਸ਼ੀ ਦਾ, ਉਸ ਹਿਸਾਬ ਦੇ ਨਾਲ ਕਾਨੂੰਨ ਚੱਲਦਾ ਹੈ। ਇੰਪਲੀਮੈਂਟੇਸ਼ਨ ਉਹਦਾ ਐਕਿਊਜ਼ਡ ਦੇ ਸਟੇਟਸ ਦੇ ਹਿਸਾਬ ਦੇ ਨਾਲ ਹੁੰਦਾ ਹੈ। ਕਿਉਂ? ਅੱਜ ਸਾਡੀ ਟੀਮ ਨੇ ਚੰਗਾ ਕੰਮ ਕੀਤਾ, ਸਹਿਯੋਗ ਸਾਨੂੰ ਮਿਲ ਗਿਆ, ਪਰਮਾਤਮਾ ਦਾ ਵੀ ਸਹਿਯੋਗ ਰਿਹਾ। ਨਹੀਂ ਤਾਂ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹ ਤਫਤੀਸ਼ ਕਨਕਲੂਡ ਨਾ ਹੋਵੇ। ਮੈਂ ਜੇਕਰ ਅੱਜ ਤੁਹਾਡੇ ਸਾਹਮਣੇ ਬੋਲ ਰਿਹਾ ਹਾਂ, ਇਹ ਵੀ ਇੱਕ ਆਸ਼ਚर्य ਦੀ ਗੱਲ ਹੈ, ਇੱਕ ਸਰਪ੍ਰਾਈਜ਼ ਹੈ। ਮੇਰੇ ਤੇ ਜੋ ਤਸੱਦਦ ਹੋਏ ਉਹ ਮੈਂ ਬਾਅਦ ਦੇ ਵਿੱਚ ਬੋਲਾਂਗਾ, ਅੱਜ ਨਹੀਂ ਮੈਂ ਬੋਲਣਾ ਚਾਹੁੰਦਾ ਹਾਂ। ਕਿਉਂਕਿ ਮੈਂ ਜੇਕਰ ਜਿਉਂਦਾ ਹਾਂ ਅੱਜ ਦੀ ਤਾਰੀਖ ਦੇ ਵਿੱਚ, ਇਹ ਵੀ ਪਰਮਾਤਮਾ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਮੈਂ ਜਿਉਂਦਾ ਹਾਂ। ਲੇਕਿਨ ਮੇਰਾ ਇੱਕੋ ਮਕਸਦ ਸੀਗਾ ਕਿ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਮੈਂ ਫਸਟ ਡੇ ਤੋਂ ਕਹਿ ਰਿਹਾ ਹਾਂ। ਤੁਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਦੇਖ ਸਕਦੇ ਹੋ। ਜੋ ਇਹਦੇ ਵਿੱਚ ਲਿਖਿਆ ਹੋਇਆ ਹੈ, ਮੈਂ ਗਾਰੰਟੀ ਦੇ ਸਕਦਾ ਹਾਂ ਕਿ ਇਹ ਤੱਥਾਂ ਦੇ ਆਧਾਰ ਤੇ ਹੈ। ਕੋਈ ਵੀ ਜੇਕਰ ਚਾਹੇ ਤਾਂ ਕਲੈਰੀਫਿਕੇਸ਼ਨ ਮੇਰੇ ਕੋਲੋਂ ਲੈ ਸਕਦਾ ਹੈ। ਕਿਸੇ ਚੀਜ਼ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਹੈ। जो चीज़ तुसी पूछना चाह रहे हो, आज उस चीज़ का मैं जवाब नहीं देना चाह रहा हैं, लेकिन तफ्तीश मुकम्मल हो गई है, यह मैं जरूर कहूँगा। सारा कुछ फाइल दे उत्ते आ चुके हैं। एक चलान देना बाकी है, ये भी मैं तुहानू कह रहा। सर गुरदीप अंधेर वाला उस तो इलावा सर कोई जी गुरदीप अंधेर वाला रहंदा पकड़े ये ना पूछो ना, वो कल तुसी मैनू पूछ सकते हो, कल पूछ सकते हो। एक चलान बाकी रह गया। ਦੋਨਾਂ ਕਾਰਡ ਪਿਛਲੇ ਕਾਰਨਾਂ ਦਾ ਕੋਈ ਪਤਾ ਲੱਗ ਸਕੇ? हाँ ਕਾਰਨ ਕੀ ਰਹੇ? देखो कारण भी ਇਹਦੇ ਵਿੱਚ ਹੈ। ਤੁਸੀਂ ਜੇਕਰ ਪੇਜ ਨੰਬਰ 40 ਤੇ ਜਾਓਗੇ ਨਾ, 40 ਤੋਂ ਬਾਅਦ ਪਹਿਲੇ ਚਲਾਨ ਦਾ ਤੁਸੀਂ ਪੇਜ ਨੰਬਰ 40 ਤੋਂ ਬਾਅਦ ਜੇਕਰ ਜਾਓਗੇ, पेज नंबर 41, 42, 43, 44, 45, 46, 47 पढ़ के देखो सारा कुछ। मेरे मुंह क्यों बुलवाना चाह रहे हो? ये सारा कुछ कारण भी, वजह की सीगा, गोली चलाउन दा वजह की सीगा, वो सारा कुछ ਇਹਦੇ ਵਿੱਚ ਆ ਗਿਆ ਹੈ। ਬੇਅਦਬੀ ਕਰਾਉਣ ਦਾ ਵੀ ਵਜ੍ਹਾ ਕੀ ਸੀਗਾ, ਉਹ ਵੀ ਚਲਾਨ ਦੇ ਰਾਹੀਂ ਮਾਨਯੋਗ ਅਦਾਲਤ ਦੇ ਵਿੱਚ ਦੇ ਦਿੱਤਾ ਜਾ ਚੁੱਕਾ ਹੈ। ਸਰ ਦੋਨਾਂ ਮਾਮਲਿਆਂ ਦੇ ਵਿੱਚ ਕਿੰਨੇ ਹੁਣ ਤੱਕ ਮੁਲਾਜ਼ਮ ਤੇ ਕਿੰਨੇ ਪ੍ਰਾਈਵੇਟ ਲੋਕ ਜਿਹੜੇ ਇਨਵੋਲਵ ਹੋ ਚੁੱਕੇ ਜਿਨ੍ਹਾਂ ਖਿਲਾਫ ਚਲਾਨ ਪੇਸ਼ ਕੀਤੇ? ਦੇਖੋ ਚਲਾਨ ਤਾਂ ਹੁਣ ਤੱਕ ਦੇਖੋਗੇ ਬਹਬਲ ਕਲਾ ਕੇਸ ਦੇ ਵਿੱਚ 7 ਵਿਅਕਤੀਆਂ ਦਾ ਚਲਾਨ ਹੋਇਆ ਹੈ।
ਜਿਹਦੇ ਵਿੱਚ 2 ਪ੍ਰਾਈਵੇਟ ਲੋਕ ਨੇ, ਪੰਕਜ ਬੰਸਲ ਸੁਹੇਲ ਤੇ ਇੱਕ ਸੁਹੇਲ ਬਰਾੜ। ਸੁਹੇਲ ਬਰਾੜ। ਬਾਕੀ ਪੁਲਿਸ ਦੇ ਮੁਲਾਜ਼ਮ ਨੇ, ਸਾਬਕਾ ਉਸ ਸਮੇਂ ਦੇ ਡੀਜੀਪੀ ਤੇ ਮੇਨ ਜੋ ਅਫਸਰ ਸੀਗੇ ਇੱਥੇ ਜਿਨ੍ਹਾਂ ਨੇ ਆ ਕੇ ਸਾਰਾ ਕੁਝ ਕਰਾਇਆ ਸੀ, ਉਹਨਾਂ ਦੇ ਉੱਤੇ ਵੀ ਉਹਨਾਂ ਦਾ ਦੋਵੇਂ ਦਾ ਚਲਾਨ ਦੋਵੇਂ ਕੇਸਾਂ ਦੇ ਵਿੱਚ, ਬਾਬਲ ਕਲਾ ਕੇਸ ਦੇ ਵਿੱਚ ਵੀ ਹੈ, ਇੱਧਰ ਵੀ ਹੈ। ਐਸੇ ਹੀ ਚਰਨਜੀਤ ਸਿੰਘ ਦਾ ਬਾਬਲ ਕਲਾ ਦੇ ਵਿੱਚ ਵੀ, ਕੋਟਕਪੂਰਾ ਦੇ ਵਿੱਚ, ਕਿਉਂਕਿ ਟੀਮ ਤਾਂ ਇੱਕ ਹੀ ਟੀਮ ਸੀਗੀ ਨਾ ਜੀ, ਸੇਮ ਟੀਮ ਸੀਗੀ ਜਿਨ੍ਹਾਂ ਨੇ इधर फायरिंग की सी तो उधर से। सर आपकी इन्वेस्टिगेशन में अब तक कितने लोगों को गिरफ्तारी हो? देखो जो साड़ी तफ्तीश है 7 व्यक्तियों का चलान दोवें केसां दे विच हो गया है। जो गिरफ्तारी हुई सी तुसी देखोगे कि तकरीबन सारियां दी जमानत हो गई है। ठीक है, जो प्रश्न तुहाडा सीगा उस प्रश्न का जवाब मैं दोबारा देना चाहता हूँ। एक प्रश्न सीगा ना, ठीक है, असी अपनी ड्यूटी कर रहे हैं। मान लो असी चलान दिता, जमानत किसी ने लगाई, मैं ABCD किसी का नाम नहीं लेना चाहता हूँ, क्योंकि हर दोषी ने इत्थे जमानत लगाई, अगाऊ जमानत होवे या रेगूलर जमानत हो। तकरीबन तुसी देखोगे सारियां दा रिजेक्ट होया, तथ्यां दे आधार ते होया, क्योंकि ऐसे अदालत दे विच सारा चीज़ है ना, जो तफ्तीश की गई है, तफ्तीश करन तो बाद जो डॉक्यूमेंट्स है, जो एविडेंस है, कित्थे है? मानयोग अदालत दे विच दे दिता गया है। तो तुसी देखोगे कि तकरीबन सारे बेल रिजेक्ट होए ने। क्यों? वो तथ्यां दे आधार ते होए ने। कुछ ना कुछ है ताही ना, कुछ ना कुछ फाइल दे उत्ते है ताही बेल रिजेक्ट होए ने। जो तुसी उस परिवार की गल कर रहे हो, परिवार जो ब्लेम करता है, मैं आज की तारीख दे विच कुछ नहीं कहना चाहता हाँ, लेकिन कल जरूर तुहानू दस दूंगा। मैं भी वो प्रॉब्लम फेस कर रही हाँ कि मैनू मतलब जिस किस्म की सपोर्ट की लोड़ है वो सपोर्ट मैनू भी नहीं मिल रही है। ठीक है, पीड़ित परिवार का तो यही कहना है जी बार-बार जितों शुरुआत हुई सी, जितों सारा समझौता वो हजे भी अज तक बाहर है। किस तरह? जिन्ना पीड़ित परिवार का यही कहना है कि जितों ऑर्डर मिली सी, जितों गलबात हुई, वो अज तक भी मैं सच्चाई सामने रख दी है जी। मेरा जो रोल सीगा, जो मेरी ड्यूटी सीगी, मैं सच्चाई सारी सामने लिया के रख दी है। तुसी फाइल इंस्पैक्ट करना चाहोगे, आज ही मैं तुहानू फाइल दिखा सकता हूँ। जिस जिस व्यक्ति का जो जो रोल है तुसी फाइल तो देख लो, वो भी सामने आ जाएगा ना जी, वो भी सामने आ जाएगा। पूरा गोलीकांड च कई पुलिस वाले ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਅੱਜ ਤੱਕ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਉਹਨਾਂ ਦੇ ਕਿਸ ਤਰ੍ਹਾਂ ਦੀ ਉਹਨਾਂ ਦੀ ਭੂਮਿਕਾ ਰਹੀ ਹੈ, ਕਿਸ ਤਰ੍ਹਾਂ ਦੀ ਉਹਨਾਂ ਦੇ ਸੰਬੰਧ ਵਿੱਚ ਕਰ ਰਹੀ ਹੈ। ये सारा कुछ तुसी पढ़ लो ना, तुसी पढ़ोगे तो सारा कुछ, कुछ इस तरह हाँ जी, ये सब कुछ दिता गया है, सब कुछ। जो पुलिस रिपोर्ट है ना, चलान नू पुलिस रिपोर्ट किया जाता है, पुलिस रिपोर्ट दे विच हर चीज़ कवर हो गया है। तुसी पढ़ो, जेकर तुहाडे कोल नहीं है तुसी साडे कोल आके पढ़ सकते हो। पूरी ट्रांसपेरेंसी बरती जाऊगी, पहला तो ही बरती जा रही है। तुसी जो देखना चाहो, क्योंकि हवा दे विच असीं गल नहीं करते, तुसी किसी स्पैसिफिक व्यक्ति का देखो, ਉਹਦਾ देखोगे कि तुसी कई देखो, ਇਹਦੇ ਵਿੱਚ ਤਾਂ ਘੱਟੋ ਘੱਟ मतलब 25 तो ऊपर पब्लिक दे बंदे मिले सानू जिन्हां नू बहुत ज़्यादा सट लगी हुई सी। उन्हां दा कागज़ भी तैयार होया सी, इंजरी रिपोर्ट, लेकिन MLR नहीं कट्टिया गया सी। MLR असी उसे इंजरी रिपोर्ट के आधार पर दोबारा मतलब हुण MLR बनी है उन्हां दी, बोर्ड बनवा के मेडिकल कॉलेज रूल के हिसाब दे नाल इलाज होया है, फाइल है, वो भी फाइल मिलती नहीं है। तफ्तीश के दौरान असी फाइल लभ के भावें बठिंडा के हॉस्पिटल दे विच होवे, भावें फरीदकोट सिविल हॉस्पिटल दे विच है या मेडिकल कॉलेज दे विच है, फाइल लभन का काम भी साडा, तो उस फाइल के आधार पर असी दोबारा MLR वगैरह असी सारा कुछ करवाए, डॉक्यूमेंट्स तैयार करवाए। ठीक है, हाँ जो टॉप ऑफिसर के खिलाफ इन्वेस्टिगेशन की थी सर, ਤੁਹਾਨੂੰ ਕੋਈ ਥ੍ਰੈਟ ਵਗੈਰਾ ਆਈ ਸਰ? मैं ਤੁਹਾਨੂੰ ਇੱਕੋ ਗੱਲ कह रहा कि जेकर मैं आज ਤੁਹਾਡੇ सामने रूबरू हो रहा हूँ, मैं जेकर मतलब मैनू लाइव तुसी देख रहे हो, ये भी एक अचरज की गल है, एक आश्चर्य है जी। ठीक है, मैं जो चीज़ मैं फेस कर चुकिया हूँ ताही मैं साइलेंट सीगा जी।
ਤਾਂ ਹੀ ਮੈਂ ਸਾइलेंट ਸੀਗਾ। लेकिन कल तो तुसी जो जो चीज़ पूछोगे मैं हर चीज़ बताऊंगा। आज मेरा काम कंप्लीट हो गया है, मेरा काम कंप्लीट हो गया है। मेरा काम एक सहयोगी ਦਾ रह गया है। ਪ੍ਰੋਸੀਕਿਊਸ਼ਨ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਕੋਰਟ ਦੇ ਵਿੱਚ ਜੋ ਕਾਰਵਾਈ ਹੋਗੀ ਤੁਸੀਂ ਦੇਖੋਗੇ, ਮੇਰੀ ਲੋੜ ਪਵੇਗੀ ਮੈਂ ਵੀ ਆਊँगा, लेकिन मेरी टीम ਦਾ ਕੋਈ ਨਾ ਕੋਈ ਮੈਂਬਰ, वैसे टीम एक ही टीम है, मतलब ਅਸੀਂ ਹੁਣ ਲੀਗਲ टीम ਦਾ ਹੀ ਹਿੱਸਾ ਬਣ ਗਏ हैं, क्योंकि ज़्यादा काम अदालत ਦੇ ਵਿੱਚ होना है और तफ्तीश जो मेरा टास्क ਸੀਗਾ, मेरा टास्क मुकम्मल हो गया है। ठीक है, जो तुसी पूछ रहे हो ना वो भी मुकम्मल हो गया है, वो भी जाएगा आज न कल अदालत ਦੇ ਵਿੱਚ तो जाएगा ही जाएगा नहीं। ठीक है जी, लेकिन मैं किसी का नाम नहीं लेना चाहूँगा।